कबीर जी जेह मरनै सब जगत तरासिया, सो मरना गुर शब्द प्रगासिया। अब कैसे मरूं मरन मन मानिया, मर मर जाते जिन राम न जानिया। रहाओ मरनो मरन कह सब कोई, सहजे मरै अमर होए सोई। कहो कबीर मन भया आनंदा, गया भरम रहा परमानंदा। वाहिगुरु जी का खालसा, वाहिगुरु जी की फतेह। शब्द का पाठ आप जी ने श्रवण कर लिया। शब्द की विचार सुनने वास्ते मन जोड़ो। अखरी अर्थ कोई बहुते औखे नहीं, पर जिहड़ी गल भगत कबीर जी कह रहे ने उन्होंने समझना बड़ा औखा है। कई टीकाकारां ने लिखिया कि काशी विच बीमारी फैल गई, लोग मरण तो डरदे होए काशी छड़ के बाहर भज तुरे। पर कबीर जी ने अपनी रिहाइश नहीं छड़ी। लोग कहने लगे कि भगत जी मर जाओगे। सारे लोग मरण तो डरदे काशी छड़ गए। कबीर जी कहने लगे तुसीं तां कहंदे हो जिहड़ा काशी मरे वो शिवपुरी नूं जांदा है, ते हुण मरण तो डरदे भजी जांदे हो। मैं नहीं मरण तो डरदा। हुण इत्थे मरण दा फर्क है। एक है शरीर करके मरना, एक है मन करके मरना। मौत दे डर नूं दूर कर देना ये मन करके मरना। पर ये किन्ने क लोकां नूं समझ आवेगी। ये तां कोई भगत कबीर जी वर्गा महापुरख ही समझा सकदा। भावें गुरबाणी विच गुरुदेव ने समझाया शब्द मरो फिर जीवो सदेही, तां फिर मरण न होई। शब्द मरो, क्यों जी शब्द भी मारदा। हाँ, शब्द सानू हौमे त्यागण की गल करदा, ते हौमे नूं त्यागना लोकां वास्ते बड़ा मुश्किल। कदे देखो तुसी किसी अहंकारी बंदे नूं ओहदी मर्जी दे उल्ट कोई शब्द कह के देखो, आंदा हाली मैं जिउंदा हाँ जिउंदा। तुसीं कई समझे मैं मर गया। ये कौन कह रहे हैं? ये हौमे कह रही। मतलब लोग शरीर दे मरण नूं मरना मनदे ने, पर भगत जी कहते नहीं, जिस ते अंदरों हौमे मर गई, जिस ते अंदरों जीवत भाव खत्म हो गया, असल मरिया वो है। ते जेड़ा उस मौते मरदा वो सदा जिउंदा रहिंदा। वो फिर शरीरक मौत तो डरदा नहीं। इसे तरह की एक होर साखी मैं पढ़ी। कहंदे एक राजा जंगल में शिकार खेडन गया। किसे शिकार दे पिछे हिरन दे पिछे उन्हें घोड़ा लाया। हुण हिरन अपनी जान बचाउण लई दौड़िया। राजे ने अपना घोड़ा सरपट दौड़ाया। हिरन ते अपनी जान बचा के निकल गया। राजा कला ही रह गया, कोई नौकर चाकर उसका साथी नाल नहीं रहा। राजे नूं प्यास लगी, पानी पिलाउण वाला कोई है नहीं।
ਕਿਉਂਕਿ ਆਮ ਤੌਰ 'ਤੇ ਰਾਜਿਆਂ ਦੇ ਕੋਲ ਨੌਕਰ ਚਾਕਰ ਹੁੰਦੇ ਨੇ, ਪਰ ਐਸਾ ਸਮਾਂ ਬਣਿਆ ਕਿ ਕੋਈ ਨੌਕਰ ਚਾਕਰ ਨਾਲ ਨਹੀਂ। ਰਾਜਾ ਪਿਆਸ ਦੇ ਕਾਰਨ ਬੜਾ ਪਰੇਸ਼ਾਨ। ਉਹਨੇ ਨਜ਼ਰ ਮਾਰੀ, ਉਹਨੂੰ ਇੱਕ ਸੰਤ ਦਾ, ਫਕੀਰ ਦਾ ਡੇਰਾ ਨਜ਼ਰ ਆਇਆ, ਕੁਟੀਆ ਨਜ਼ਰ ਆਈ। ਉਧਰ ਘੋੜਾ ਲਾ। ਜਦੋਂ ਉੱਥੇ ਪਹੁੰਚਿਆ ਤੇ ਮਹਾਤਮਾ ਨੂੰ ਕਹਿਣ ਲੱਗਾ, ਸੰਤ ਜੀ ਮੈਨੂੰ ਬੜੀ ਪਿਆਸ ਲੱਗੀ, ਪਾਣੀ ਪਿਲਾਓ। ਰਾਜੇ ਨੇ ਕਿਹਾ ਬੈਠ ਜਾਓ। ਗੱਲ ਅਸਲ ਵਿੱਚ ਇਹ ਹੈ ਕਿ ਕਈ ਵਾਰੀ ਕਿਸੇ ਗੁੰਝਲ ਨੂੰ ਸਮਝਾਉਣ ਵਾਸਤੇ ਕੋਈ ਸਾਖੀ ਸੁਣਾਈ ਜਾਂਦੀ, ਪਰ ਅੱਜ ਅਫਸੋਸ ਆਉਂਦਾ ਕਿ ਲੋਕ ਸਾਖੀ ਵਿੱਚੋਂ ਸਿੱਖਿਆ ਘੱਟ ਲੈਂਦੇ ਨੇ, ਪਹਿਲਾਂ ਹੁਜਤ ਕਰਨਗੇ ਇਹ ਕਿਵੇਂ ਹੋ ਸਕਦਾ, ਉਹ ਫਿਰ ਵਾਂਝੇ ਰਹਿ ਜਾਂਦੇ। ਗੱਲ ਨੂੰ ਸਮਝੋ। ਰਾਜਾ ਬੈਠ ਗਿਆ। ਥੋੜ੍ਹੀ ਜਿਹੀ ਦੇਰ ਵਿੱਚ ਇੱਕ ਸ਼ੇਰਨੀ ਜੰਗਲ ਵੱਲੋਂ ਮਹਾਤਮਾ ਦੀ ਕੁਟੀਆ ਵੱਲ ਤੁਰੀ ਆਉਂਦੀ ਨਜ਼ਰ ਆਈ। ਮਹਾਤਮਾ ਨੇ ਵੀ ਦੇਖਿਆ, ਪਰ ਰਾਜੇ ਨੇ ਦੇਖਦਿਆਂ ਸਾਰ ਆਪਣਾ ਤੀਰ ਕਮਾਨ ਕੱਸ ਲਿਆ। ਸ਼ੇਰਨੀ ਆ ਰਹੀ ਹੈ। ਮਹਾਤਮਾ ਕਹਿਣ ਲੱਗੇ, ਦੇਖ ਰਾਜਾ, ਤੂੰ ਹੈ ਮੇਰਾ ਮਹਿਮਾਨ, ਇਹ ਵੀ ਮੇਰੀ ਮਹਿਮਾਨ ਹੈ। ਤੈਨੂੰ ਕੋਈ ਉੱਠਣ ਦੀ ਲੋੜ ਨਹੀਂ, ਤੈਨੂੰ ਕੋਈ ਤੀਰ ਕਮਾਨ ਚੁੱਕਣ ਦੀ ਲੋੜ ਨਹੀਂ, ਤੂੰ ਬੈਠਾ ਰਹੋ। ਸ਼ੇਰਨੀ ਆਈ। ਮਹਾਤਮਾ ਨੇ ਚਿੱਪੀ ਵਿੱਚ ਉਹਦਾ ਦੁੱਧ ਚੋਇਆ। ਹੁਣ ਕਿੰਤੂ ਪਰੰਤੂ ਵਾਲੇ ਤੇ ਪਹਿਲਾਂ ਕਹਿਣਗੇ ਜੀ ਇਹ ਕਿਵੇਂ ਹੋ ਸਕਦਾ। ਗੱਲ ਨੂੰ ਸਮਝੋ। ਮਹਾਤਮਾ ਨੇ ਦੁੱਧ ਚੋ ਲਿਆ, ਸ਼ੇਰਨੀ ਚਲੀ ਗਈ। ਮਹਾਤਮਾ ਨੇ ਉਸ ਦੁੱਧ ਵਿੱਚੋਂ ਥੋੜ੍ਹਾ ਜਿਹਾ ਦੁੱਧ ਕੌਲੀ ਵਿੱਚ ਪਾ ਕੇ ਰਾਜੇ ਨੂੰ ਦਿੱਤਾ। ਲਓ ਰਾਜਨ, ਤੁਹਾਨੂੰ ਪਿਆਸ ਲੱਗੀ, ਪੀ ਲਓ। ਉਹ ਕਹਿੰਦਾ ਇਹ ਸ਼ੇਰਨੀ ਦਾ ਦੁੱਧ ਹੈ, ਮੈਂ ਤਾਂ ਪਾਣੀ ਪੀਣਾ। ਕਹਿਣ ਲੱਗੇ ਮੇਰੇ ਕੋਲ ਪਾਣੀ ਹੈ ਨਹੀਂ, ਮੇਰੇ ਕੋਲ ਤਾਂ ਇਹੀ ਹੈ, ਜੇ ਪੀਣਾ ਤੇ ਪੀ ਲਓ। ਮਰਦਾ ਕੀ ਨਹੀਂ ਕਰਦਾ, ਉਹਨੇ ਪੀ ਲਿਆ। ਜਿਹੜਾ ਬਾਕੀ ਦਾ ਦੁੱਧ ਸੀ ਚਿੱਪੀ ਵਿੱਚ, ਉਹ ਮਹਾਤਮਾ ਨੇ ਪੀ ਲਿਆ। ਹੁਣ ਇਹ ਗੱਲ ਤਾਂ ਤੁਸੀਂ ਸਾਰੇ ਸਮਝਦੇ ਹੋ ਕਿ ਜਿਹੜਾ ਦੁੱਧ ਹੈ ਉਹਦੀ ਤਾਸੀਰ ਹੈ। ਮੱਝ ਦੇ ਦੁੱਧ ਦੀ ਆਪਣੀ ਤਾਸੀਰ, ਬੱਕਰੀ ਦੇ ਆਪਣੀ, ਗਾਂ ਦੀ ਆਪਣੀ, ਊਠਣੀ ਦੇ ਆਪਣੀ, ਹਰ ਦੁੱਧ ਦੀ ਤਾਸੀਰ ਹੈ। ਸ਼ੇਰਨੀ ਦੇ ਦੁੱਧ ਦੀ ਤਾਸੀਰ ਆਪਣੀ। ਰਾਜਾ ਘਰ ਚਲਾ ਗਿਆ। ਹੁਣ ਉਹ ਸ਼ੇਰਨੀ ਦੇ ਦੁੱਧ ਨੇ ਉਹਨੂੰ ਬੜਾ ਪਰੇਸ਼ਾਨ ਕੀਤਾ। ਪਰੇਸ਼ਾਨੀ ਦਾ ਮਤਲਬ ਉਹ ਸਾਰੀ ਰਾਤ ਵਿਸ਼ੇ ਵਿਕਾਰਾਂ ਵਿੱਚ ਲੱਗਿਆ ਰਿਹਾ। ਰਾਜੇ ਦੇ ਮਨ ਵਿੱਚ ਖਿਆਲ ਆਇਆ, ਮੈਂ ਤੇ ਥੋੜ੍ਹਾ ਜਿਹਾ ਦੁੱਧ ਪੀਤਾ ਤੇ ਮਹਾਤਮਾ ਨੇ ਤੇ ਮੇਰੇ ਨਾਲ 4 ਗੁਣਾ ਜ਼ਿਆਦਾ ਪੀਤਾ। ਮੇਰਾ ਇਹ ਹਾਲ ਹੋਇਆ, ਮਹਾਤਮਾ ਦਾ ਕੀ ਹਾਲ ਹੋ ਜਾਂਦਾ। ਹੁਣ ਇਹ ਗੱਲ ਸਮਝਣ ਵਾਸਤੇ ਦਾ ਜਵਾਬ ਲੈਣ ਲਈ ਰਾਜਾ ਫਿਰ ਮਹਾਤਮਾ ਕੋਲ ਗਿਆ। ਮਹਾਤਮਾ ਨੇ ਕਿਹਾ, ਆਓ ਰਾਜਨ। ਬੈਠ ਗਿਆ। ਰਾਜਨ, ਮੈਂ ਇੱਕ ਸਵਾਲ ਪੁੱਛਣਾ। ਤੁਸੀਂ ਮੈਨੂੰ ਥੋੜ੍ਹਾ ਜਿਹਾ ਦੁੱਧ ਦਿੱਤਾ, ਮੈਂ ਪੀ ਲਿਆ, ਪਰ ਮੈਨੂੰ ਤਾਂ ਉਸ ਦੁੱਧ ਨੇ ਬੜਾ ਪਰੇਸ਼ਾਨ ਕੀਤਾ। ਮੇਰੇ ਨਾਲੋਂ ਕਈ ਗੁਣਾ ਜ਼ਿਆਦਾ ਤੁਸੀਂ ਦੁੱਧ ਪੀਤਾ, ਤੁਹਾਡਾ ਕੀ ਹਾਲ ਹੁੰਦਾ ਫਿਰ? ਮਹਾਤਮਾ ਕਹਿੰਦੇ ਬੈਠੋ। ਸ਼ੇਰਨੀ ਫਿਰ ਆਈ। ਮਹਾਤਮਾ ਨੇ ਫਿਰ ਦੁੱਧ ਚੋਇਆ, ਫਿਰ ਕੌਲੀ 'ਚ ਪਾ ਕੇ ਦਿੱਤਾ। ਕਹਿੰਦੇ ਰਾਜਨ ਪੀ ਲਓ। ਕਹਿੰਦਾ ਨਾ ਜੀ, ਮੈਂ ਨਹੀਂ ਪੀਂਦਾ। ਕਹਿੰਦੇ ਜੇ ਤੂੰ ਨਹੀਂ ਪੀਂਦਾ ਫਿਰ ਤੇਰੇ ਸਵਾਲ ਦਾ ਜਵਾਬ ਨਹੀਂ ਮਿਲਦਾ। ਜੇ ਸਵਾਲ ਦਾ ਜਵਾਬ ਲੈਣਾ ਤੇ ਤੈਨੂੰ ਪੀਣਾ ਪਵੇ। ਹੁਣ ਉਹਨੇ ਪੀ ਲਿਆ। ਜਦੋਂ ਰਾਜਾ ਦੁੱਧ ਪੀ ਹਟਿਆ ਤੇ ਮਹਾਤਮਾ ਕਹਿਣ ਲੱਗੇ, ਰਾਜਾ ਸੁਣ, ਤੇਰਾ ਜੀਵਨ ਸਿਰਫ 7 ਦਿਨ ਬਾਕੀ ਹੈ। 8ਵੇਂ ਦਿਨ ਤੂੰ ਮਰ ਜਾਣਾ। ਜਦੋਂ ਮੌਤ ਦੀ ਗੱਲ ਸੁਣੀ, ਰਾਜਾ ਤੇ ਉੱਠ ਕੇ ਖੜਾ ਹੋ ਗਿਆ।
ਨਾ ਉਹਨੇ ਸਵਾਲ ਦਾ ਜਵਾਬ ਪੁੱਛਿਆ। ਉਹਦਾ ਘੋੜੇ 'ਤੇ ਚੜ੍ਹ ਕੇ ਆਪਣੇ ਘਰ ਪਹੁੰਚੇ। ਮਹਿਲਾਂ ਵਿੱਚ ਪਹੁੰਚ ਕੇ ਉਸਨੇ ਸਭ ਨੂੰ, ਰਾਣੀਆਂ ਨੂੰ, ਨੌਕਰਾਂ ਨੂੰ, ਚਾਕਰਾਂ ਨੂੰ ਹੁਕਮ ਕਰ ਦਿੱਤਾ, ਭਾਈ ਮੇਰੀ ਉਮਰ 7 ਦਿਨ ਬਾਕੀ, ਹੁਣ ਮੈਨੂੰ ਕਿਸੇ ਨੇ ਡਿਸਟਰਬ ਨਹੀਂ ਕਰਨਾ। ਆਪਣੇ ਕਮਰੇ ਦੀ ਕੁੰਡੀ ਕਰ ਲਈ ਬੰਦ ਤੇ ਅੰਦਰ ਬਹਿ ਕੇ ਲੱਗਾ ਰਾਮ ਰਾਮ ਕਰ। 1 ਦਿਨ ਬੀਤਿਆ, 2 ਦਿਨ ਬੀਤੇ, 3 ਦਿਨ ਬੀਤੇ, ਪੂਰੇ 7 ਦਿਨ ਬੀਤ ਗਏ। ਰਾਜਾ ਮਰਿਆ ਨਹੀਂ। ਆਂਦਾ ਇਹ ਮਹਾਤਮਾ ਲੋਕ ਝੂਠ ਬੋਲਦੇ ਨੇ। ਕਹਿੰਦੇ ਸੀ ਤੇਰੀ ਉਮਰ 7 ਦਿਨ ਹੈ, ਮੈਂ ਤਾਂ ਮਰਿਆ ਨਹੀਂ। ਫਿਰ ਘੋੜੇ 'ਤੇ ਚੜ੍ਹ ਕੇ ਮਹਾਤਮਾ ਕੋਲ ਗਿਆ। ਮੈਂ ਪੁੱਛਾਂਗਾ ਤੁਸੀਂ ਸੰਤ ਹੋ ਕੇ ਝੂਠ ਬੋਲਦੇ? ਮਹਾਤਮਾ ਨੇ ਬਿਠਾਇਆ, ਆਓ ਰਾਜਨ। ਆਂਦਾ ਮਹਾਰਾਜ ਤੁਸੀਂ ਸੰਤ ਹੋ ਕੇ ਝੂਠ ਬੋਲਦੇ, ਤੁਸੀਂ ਕਿਹਾ ਸੀ 7 ਦਿਨਾਂ ਬਾਅਦ ਮਰ ਜਾਵਾਂਗਾ, ਮੈਂ ਮਰਿਆ ਕੋਈ ਨਹੀਂ। ਮਹਾਤਮਾ ਕਹਿਣਗੇ ਰਾਜਾ ਇਹ ਦੱਸ, ਜਦੋਂ ਪਹਿਲੀ ਵਾਰੀ ਤੂੰ ਦੁੱਧ ਪੀ ਕੇ ਗਿਆ ਸੀ ਤੇ ਕੀ ਕਰਨਾ ਸੀ, ਕੀ ਕੀਤਾ ਸੀ? ਤੇ ਜਦੋਂ ਹੁਣ ਦੂਜੀ ਵਾਰੀ ਦੁੱਧ ਪੀ ਕੇ ਗਿਆ ਤੇ ਕੀ ਕੀਤਾ ਸੀ? ਆਂਦਾ ਜੀ ਕਰਨਾ ਸੁਆਹ ਸੀ, ਤੁਸੀਂ ਆਖਿਆ ਤੂੰ ਮਰ ਜਾਣਾ, ਮੈਂ ਤਾਂ ਹੁਣ ਰਾਮ ਰਾਮ ਕਰਨ ਲੱਗਿਆ, ਮੈਂ ਤਾਂ ਬੂਹੇ ਬਾਰੀਆਂ ਬੰਦ ਕਰ ਦਿੱਤੇ। ਮਹਾਤਮਾ ਹੱਸ ਪਏ, ਕਹਿਣ ਲੱਗੇ ਅਸੀਂ ਝੂਠ ਨਹੀਂ ਬੋਲਿਆ, ਅਸੀਂ ਤਾਂ ਤੇਰੇ ਸਵਾਲ ਦਾ ਜਵਾਬ ਦਿੱਤਾ। ਤੁਸੀਂ ਦੁਨੀਆਦਾਰ ਲੋਕ ਉਦੋਂ ਮਰਦੇ ਹੋ ਜਦੋਂ ਤੁਹਾਡੇ ਸਾਹਮਣੇ ਮੌਤ ਆ ਜਾਏ, ਤੁਹਾਡੇ ਸਿਰ 'ਚ ਡੰਡਾ ਵੱਜੇ, ਤੇ ਅਸੀਂ ਪਹਿਲਾਂ ਹੀ ਮਰੇ ਹੋਏ ਹਾਂ। ਲਓ ਇੰਨੀ ਗੱਲ ਹੈ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੀ ਸਮਝ ਆ ਜਾਂਦੀ, ਉਹ ਸੰਸਾਰ ਵਿੱਚ ਰਹਿੰਦੇ ਹੋਏ ਵੀ ਹਉਮੈ ਭਾਵ ਤੋਂ ਮਰੇ ਰਹਿੰਦੇ ਨੇ, ਜੀਵਤ ਭਾਵ ਤੋਂ ਮਰ ਰਹਿੰਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ ਅਬ ਕੈਸੇ ਮਰੋ, ਹੁਣ ਮੈਂ ਕਿਵੇਂ ਮਰਾਂਗਾ, ਭਾਵ ਮੈਨੂੰ ਮੌਤ ਕਿਵੇਂ ਆਵੇਗੀ, ਮੈਂ ਮਰਨ ਤੋਂ ਕਿਉਂ ਡਰਾਂ। ਮਰਨ ਮਨ ਮਾਨਿਆ, ਮੇਰਾ ਮਨ ਤੇ ਮਰਨ ਲਈ ਮੰਨ ਗਿਆ, ਮੈਂ ਤਾਂ ਤਿਆਰ ਹਾਂ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਗੁਰਬਾਣੀ ਵੀ ਕਹਿੰਦੀ ਹੈ ਭਾਈ ਜੇ ਤੁਸੀਂ ਸਦਾ ਤੇ ਅਮਰ ਹੋਣਾ ਚਾਹੁੰਦੇ ਹੋ ਫਿਰ ਕੀ ਕਰੋ? ਸ਼ਬਦ ਮਰੋ, ਸ਼ਬਦ ਮਰੋ। ਸ਼ਬਦ ਦੇ ਦੱਦੇ ਨੂੰ ਸਿਆਰੀ ਹੈ। ਸ਼ਬਦ ਦੁਆਰਾ, ਸ਼ਬਦ ਦੀ ਸਿੱਖਿਆ ਨੂੰ ਸੁਣ ਕੇ ਮੰਨੋ, ਆਪਣੀਆਂ ਮਰਜ਼ੀਆਂ ਨਾ ਕਰੋ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਫਿਰ ਤੁਹਾਨੂੰ ਮੌਤ ਦਾ ਡਰ ਨਹੀਂ ਰਹੇਗਾ। ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਹੁਣ ਸਮਝ ਆ ਗਈ ਹੈ, ਅਬ ਕੈਸੇ ਮਰੋ, ਮਰਨ ਮਨ ਮਾਨਿਆ, ਮੈਂ ਹੁਣ ਮਰਨ ਲਈ ਤਿਆਰ ਹਾਂ। ਮੈਂ ਆਪਣਾ ਮਨ ਬਣਾ ਲਿਆ, ਮੇਰਾ ਮਨ ਮੰਨ ਗਿਆ ਵੀ ਮਰਨਾ ਤੇ ਹੈ ਹੀ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਉਹ ਲੋਕ ਹਰ ਰੋਜ਼ ਮਰਦੇ ਹਨ ਤਥਾ ਮਰ ਮਰ ਕੇ ਜੰਮਦੇ ਹਨ। ਜਿਨ ਰਾਮ ਨਾ ਜਾਣਿਆ, ਜਿਨ੍ਹਾਂ ਨੇ ਉਸ ਰਮੇ ਹੋਏ ਰਾਮ ਨੂੰ ਨਹੀਂ ਜਾਣਿਆ, ਜਿਹੜੇ ਹਉਮੈ ਦਾ ਸ਼ਿਕਾਰ ਨੇ, ਜਿਹੜੇ ਮੋਹ ਮਾਇਆ ਵਿੱਚ ਫਸੇ ਹੋਏ ਨੇ, ਜਿਹੜੇ ਮਰਨ ਤੋਂ ਸਾਰਾ ਸੰਸਾਰ ਡਰਦਾ ਹੈ। ਜਿਹੇ ਮਰਨੇ ਸਭ ਜਗਤ ਤਰਾਸਿਆ, ਕਿਸੇ ਦਾ ਮਰਨ ਨੂੰ ਜੀ ਕਰਦਾ? ਕੋਈ ਮਰਨ ਲਈ ਤਿਆਰ ਹੈ? ਕੋਈ ਵੀ ਨਹੀਂ ਮਰਨਾ ਚਾਹੁੰਦਾ। ਭਗਤ ਜੀ ਕਹਿੰਦੇ ਨੇ ਜੇ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਇੱਥੇ ਹੁਣ ਸ਼ਬਦ ਦੇ ਦੱਦੇ ਨੂੰ ਸਿਆਰੀ ਹੈ।
ਗੁਰੂ ਦੇ ਸ਼ਬਦ ਦੁਆਰਾ ਮੈਨੂੰ ਉਸ ਮਰਨ ਦੀ ਸੋਝੀ ਹੋ ਗਈ ਹੈ। ਮੈਨੂੰ ਉਸ ਮਰਨ ਦੀ ਗੱਲ ਸਮਝ ਵਿੱਚ ਆ ਗਈ ਕਿ ਮਰੇ ਤੋਂ ਬਿਨਾਂ ਨਵਾਂ ਜੀਵਨ ਨਹੀਂ ਮਿਲਦਾ। ਯਾਦ ਰੱਖੋ, ਜੇ ਨਵੇਂ ਕੱਪੜੇ ਪਾਉਣੇ ਨੇ ਤੇ ਪੁਰਾਣੇ ਲਾਉਣੇ ਪੈਣਗੇ। ਜੇ ਨਵਾਂ ਜੀਵਨ ਪ੍ਰਾਪਤ ਕਰਨਾ ਤੇ ਪਹਿਲੀਆਂ ਆਦਤਾਂ ਛੱਡਣੀਆਂ ਪੈਣਗੀਆਂ। ਸਾਡੀ ਤੇ ਇਹ ਨੇਚਰ ਬਣ ਗਈ ਹੈ। ਅਸੀਂ ਜੀ ਸਵੇਰੇ ਵੀ ਉੱਠਦੇ ਹਾਂ, ਅਸੀਂ ਬਾਣੀ ਵੀ ਪੜ੍ਹਦੇ ਹਾਂ, ਇਸ਼ਨਾਨ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ, ਪਰ ਰਾਤ ਨੂੰ ਬੋਤਲ ਵੀ ਛਕ ਲੈਂਦੇ ਹਾਂ। ਆਦਤਾਂ ਉੱਥੇ ਦੀਆਂ ਉੱਥੇ, ਬਦਲਦੇ ਹੈ ਹੀ ਨਹੀਂ। ਭਾਈ ਗੁਰਦੇਵ ਤੇ ਕਹਿੰਦੇ ਨੇ, ਜੇ ਤੁਸੀਂ ਗੁਰੂ ਕੇ ਸਿੱਖ ਬਣਨਾ ਤੇ ਗੁਰੂ ਦਾ ਉਪਦੇਸ਼ ਮੰਨੋ, ਆਪਣੀਆਂ ਮਰਜ਼ੀਆਂ ਨਾ ਕਰੋ, ਬਸ ਫਿਰ ਪਤਾ ਲੱਗ ਜਾਏਗਾ। ਸਰੀਰਕ ਮਰਨਾ ਤੇ ਹਰ ਇੱਕ ਦੇ ਉੱਤੇ ਆਉਣਾ ਹੀ ਆਉਣਾ, ਇਹਦੇ ਤੋਂ ਕੋਈ ਬਚ ਨਹੀਂ ਸਕਦਾ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਉਸ ਮਰਨ ਦੀ ਜਿਹੜੀ ਭੈ ਭੀਤ ਹੋਣਾ ਉਹ ਛੱਡੋ, ਗੁਰੂ ਦੇ ਸ਼ਬਦ ਦੁਆਰਾ ਮਰੋ, ਆਪਣੀ ਹਉਮੈ ਤਿਆਗੋ, ਸੰਸਾਰ ਦੇ ਮੋਹ ਨੂੰ ਛੱਡੋ। ਜੇ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਉਹ ਗੁਰੂ ਦੇ ਸ਼ਬਦ ਦੁਆਰਾ ਮੈਨੂੰ ਸਮਝ ਆ ਗਈ, ਅਸਲ ਜੀਵਨ ਮਿਲਣਾ ਹੀ ਤਾਂ ਹੈ, ਪਰਮਾਤਮਾ ਦੇ ਰਸਤੇ 'ਤੇ ਤੁਰਿਆ ਹੀ ਤਾਂ ਜਾਣਾ। ਜੇ ਅਸੀਂ ਪਹਿਲਾਂ ਆਪਣਾ ਸੁਭਾਅ, ਆਪਣੀਆਂ ਆਦਤਾਂ, ਆਪਣਾ ਮੋਹ ਛੱਡਾਂਗੇ। ਤੇ ਕਬੀਰ ਜੀ ਕਹਿੰਦੇ ਨੇ, ਮੈਨੂੰ ਤੇ ਹੁਣ ਮਰਨ ਦਾ ਡਰ ਹੀ ਕੋਈ ਨਹੀਂ, ਮੈਂ ਤਾਂ ਮਰਨ ਲਈ ਤਿਆਰ ਬੈਠਾ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਅਬ ਕੈਸੇ ਮਰੂੰ। ਹੁਣ ਮੈਨੂੰ ਮਰਨ ਦਾ ਕੋਈ ਭੈ ਨਹੀਂ, ਮਰਨ ਮਨ ਮਾਨਿਆ, ਮਰਨ ਲਈ ਮੇਰਾ ਮਨ ਤਿਆਰ ਹੈ। ਐਵੇਂ ਨਹੀਂ ਕਿਹਾ ਬਾਣੀ ਵਿੱਚ, ਭਾਈ ਸੂਰਾ ਤੋਂ ਪਹਿਚਾਨੀਏ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਘਟ ਮਰੇ, ਕਬੂ ਨਾ ਛਾਡੇ ਖੇਤ। ਬਾਬਾ ਨਾਨਕ ਜੀ ਤੇ ਕਹਿੰਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ, ਅਬ ਕੈਸੇ ਮਰੂੰ। ਮਰਨ ਮਨ ਮਾਨਿਆ, ਮਰ ਮਰ ਜਾਤੇ, ਜਿਨ ਰਾਮ ਨਾ ਜਾਣਿਆ। ਜਿਨ੍ਹਾਂ ਨੇ ਉਸ ਰਮੇ ਹੋਏ ਰਾਮ ਨੂੰ ਨਹੀਂ ਜਾਣਿਆ, ਉਹ ਤਾਂ ਦਿਨ ਵਿੱਚ ਕਈ ਵਾਰੀ ਮਰਦੇ ਨੇ। ਸਹੁੰ ਵਾਹਿਗੁਰੂ ਦੀ, ਸਹੁੰ ਰਾਮ ਦੀ ਚੁੱਕੀ ਜਾਂਦੇ, ਝੂਠੋ ਝੂਠ ਬੋਲੀ ਜਾਂਦੇ। ਇਹੋ ਜਿਹੇ ਬੰਦੇ ਦਿਨ ਵਿੱਚ ਕਈ ਵਾਰੀ ਮਰਦੇ। ਫਿਰ ਭਗਤ ਜੀ ਕਹਿੰਦੇ, ਮਰਨੋਂ ਮਰਨ ਕਹਿ ਤਬ ਕੋਈ। ਸਾਰੇ ਉੱਪਰੋਂ ਕਹੀ ਜਾਂਦੇ ਨੇ, ਮਰ ਜਾਣਾ ਜੀ, ਇੱਕ ਦਿਨ ਮਰ ਜਾਣਾ ਜੀ। ਮਰਨੋਂ ਮਰਨ ਕਹਿ ਤਬ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਸਹਿਜੇ ਮਰੇ ਦਾ ਮਤਲਬ ਜਿਹੜਾ ਵਿਚਾਰ ਕਰਕੇ ਆਪਣੀ ਹਉਮੈ ਨੂੰ ਮਾਰ ਲੈਂਦਾ, ਆਪਣੀਆਂ ਆਦਤਾਂ ਛੱਡ ਦਿੰਦਾ, ਜਿਹੜਾ ਗੁਰੂ ਦੇ ਦੱਸੇ ਰਾਹ 'ਤੇ ਤੁਰਨ ਲੱਗ ਪੈਂਦਾ, ਅਮਰ ਹੋਏ ਸੋਈ, ਉਹ ਫਿਰ ਮੌਤ ਤੋਂ ਰਹਿਤ ਹੋ ਜਾਂਦਾ। ਉਹਨੂੰ ਮਰਨ ਦਾ ਕੋਈ ਡਰ ਨਹੀਂ ਹੈਗਾ। ਇਸੇ ਤਰ੍ਹਾਂ ਬਾਣੀ ਵਿੱਚ ਪਾਤਸ਼ਾਹ ਨੇ ਡਰ ਦੀ ਗੱਲ ਵੀ ਸਮਝਾਈ ਹੈ। ਲੋਕ ਡਰਦੇ ਹਨ ਪਰ ਨਹੀਂ ਪਾਈ। ਜਿਹਦੇ ਅੰਦਰ ਪਰਮਾਤਮਾ ਦਾ ਡਰ ਪੈਦਾ ਹੋ ਗਿਆ, ਉਹਨੂੰ ਮੌਤ ਦਾ ਕੋਈ ਡਰ ਨਹੀਂ। ਜਿਨਾ ਭਉ ਤਿਨ ਨਾਹਿ ਭਉ, ਮੁਝ ਭਉ ਨਿਪਵਿਆ। ਨਾਨਕ ਇਹ ਪਟੰਤਰਾ, ਤਿਤ ਦੀ ਬਾਣ ਗਿਆ। ਡੱਡਾ ਡਰ ਉਪਜੈ ਡਰ ਜਾਈ, ਨਿਡਰ ਹੁਆ ਡਰ ਰਿਹਾ ਸਮਾਈ। ਮਰਨੋਂ ਮਰਨ ਕਹਿ ਤਬ ਕੋਈ,
ਸਹਿਜੇ ਮਰੈ ਅਮਰ ਹੋਏ ਸੋਈ। ਜਿਹੜਾ ਗੁਰੂ ਦੇ ਬਚਨਾਂ ਨਾਲ ਆਪਣੀ ਹਉਮੈ ਨੂੰ ਮਾਰ ਲਵੇ ਉਹ ਫਿਰ ਅਮਰ ਹੋ ਜਾਂਦਾ। ਦੇਖੋ ਜਿਹੜੇ ਮਹਾਂਪੁਰਖਾਂ ਨੇ ਗੁਰੂ ਦੇ ਬਚਨਾਂ ਅਨੁਸਾਰ ਆਪਣੇ ਜੀਵਨ ਵਿੱਚੋਂ ਹਉਮੈ ਨੂੰ ਤਿਆਗਿਆ, ਉਹ ਅਮਰ ਹੋ ਗਏ। ਉਹ ਰਹਿੰਦੀ ਦੁਨੀਆ ਤੀਕਰ ਜਿਉਂਦੇ ਰਹਿਣਗੇ, ਉਹ ਕਦੇ ਮਰਨਗੇ। ਕਹੋ ਕਬੀਰ ਮਨ ਭਇਆ ਆਨੰਦਾ। ਕਬੀਰ ਜੀ ਕਹਿੰਦੇ ਨੇ ਹੁਣ ਮੇਰੇ ਮਨ ਵਿੱਚ ਆਨੰਦ ਹੋ ਗਿਆ, ਹੁਣ ਮੈਨੂੰ ਖੁਸ਼ੀ ਹੈ, ਖੇੜਾ। ਗਿਆ ਭਰਮ ਰਿਹਾ ਪਰਮਾਨੰਦਾ। ਹੁਣ ਮੇਰੇ ਅੰਦਰੋਂ ਭਰਮ ਖਤਮ ਹੋ ਗਿਆ। ਜਿਸ ਭਰਮ ਕਰਕੇ ਲੋਕ ਡਰਦੇ ਨੇ, ਥਰ ਥਰ ਕੰਬਦੇ ਨੇ, ਮੇਰਾ ਹੁਣ ਭਰਮ ਹੀ ਖਤਮ ਹੋ ਗਿਆ। ਮੈਨੂੰ ਸਮਝ ਆ ਗਈ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨੋ ਮਰਨ ਕਹਿ ਸਭ ਕੋਈ। ਸਭ ਉੱਤੋਂ ਗੱਲਾਂ ਕਰ ਰਹੇ ਨੇ, ਮਰ ਜਾਣਾ ਜੀ, ਇੱਕ ਦਿਨ ਮਰ ਜਾਣਾ ਜੀ। ਮਰਦਾ ਕੋਈ ਹੈ ਹੀ ਨਹੀਂ। ਹਉਮੈ ਛੱਡਣ ਲਈ ਕੋਈ ਤਿਆਰ ਨਹੀਂ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਹੀ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ। ਕਹੋ ਕਬੀਰ ਮਨ ਭਇਆ ਆਨੰਦਾ। ਗਿਆ ਭਰਮ ਰਿਹਾ ਪਰਮਾਨੰਦਾ। ਦੇਖੋ ਸ਼ਬਦ ਦਾ ਆਕਾਰ ਤੇ ਬਹੁਤ ਛੋਟਾ ਜਿਹਾ, ਪਰ ਸ਼ਬਦ ਦੇ ਅੰਦਰ ਕਿਤਨੇ ਡੂੰਘੇ ਭਾਵ ਹਨ। ਬੜੇ ਧਿਆਨ ਨਾਲ ਸਮਝਣ ਦੀ, ਵਿਚਾਰਨ ਦੀ ਲੋੜ ਹੈ। ਮੈਂ ਤੇ ਜਦੋਂ ਗੁਰਬਾਣੀ ਦੀ ਵਿਚਾਰ ਕਰਦਾ, ਮੈਨੂੰ ਧੰਨ ਗੁਰੂ ਅਮਰਦਾਸ ਜੀ ਦੇ ਇਹ ਬਚਨ ਯਾਦ ਆ ਜਾਂਦੇ ਨੇ ਕਿ ਸਾਰੀ ਦੁਨੀਆ ਬਾਹਰੋਂ ਮੱਥੇ ਟੇਕ ਰਹੀ। ਸਭ ਕਹਿ ਰਹੇ ਨੇ ਅਸੀਂ ਗੁਰਦੁਆਰੇ ਜਾ ਆਏ ਹਾਂ, ਸਭ ਕਹਿ ਰਹੇ ਨੇ ਅਸੀਂ ਕੀਰਤਨ ਸੁਣਿਆ, ਸਭ ਕਹਿੰਦੇ ਨੇ ਅਸੀਂ ਬਾਣੀ ਦਾ ਪਾਠ ਸੁਣਿਆ। ਪਰ ਜੇ ਪੁੱਛੋ ਕੋਈ ਸ਼ਬਦ ਸਮਝ ਆਇਆ ਜਾਂ ਕੀ ਸੁਣਿਆ, ਬਹੁਤਿਆਂ ਦਾ ਜਵਾਬ ਹੈ ਜੀ ਸੁਣਿਆ ਤੇ ਜ਼ਰੂਰ ਹੈ, ਪਰ ਪਤਾ ਨਹੀਂ ਕੀ ਸੁਣਿਆ। ਲਓ ਆ ਜੇ ਗੱਲ। ਤੇ ਗੁਰੂ ਅਮਰਦਾਸ ਜੀ ਨੂੰ ਕਹਿਣਾ ਪਿਆ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਆਓ ਭਗਤ ਜੀ ਨੇ ਜਿਹੜੀ ਗੱਲ ਸਮਝਾਈ ਹੈ ਉਹਨੂੰ ਵਿਚਾਰ ਦੁਆਰਾ ਸਮਝੀਏ। ਜੇ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਜਾਤੇ ਜਿਨ ਰਾਮ ਨ ਜਾਨਿਆ। ਰਾਓ ਮਰਨੋ ਮਰਨ ਕਹਿ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਕਉ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਿਹਾ ਪਰਮਾਨੰਦਾ। ਹੁਣ ਤਾਂ ਪਰਮ ਆਨੰਦ ਉਹ ਅਵਸਥਾ ਬਣ ਗਈ ਹੈ ਕਿ ਸਹਿਜ ਅਵਸਥਾ ਵਿੱਚ ਜੋ ਦਾ ਹੁਕਮ ਹੋ ਰਿਹਾ ਹੋਵੇ ਅਸੀਂ ਮੰਨਣ ਲਈ ਤਿਆਰ ਹਾਂ। ਤਾਂ ਸਤਿਗੁਰੂ ਜੀ ਨੇ, ਭਗਤ ਜੀ ਨੇ ਕਿੰਨੀ ਕਿਰਪਾ ਕੀਤੀ। ਇਹਨਾਂ ਸ਼ਬਦਾਂ ਰਾਹੀਂ ਸਾਨੂੰ ਉਸ ਅਸਲ ਮਰਨ ਦੀ ਗੱਲ ਸਮਝਾ ਦਿੱਤੀ। ਵਡਭਾਗੀ ਹਨ ਉਹ ਜਿਹੜੇ ਗੁਰੂ ਕੇ ਸ਼ਬਦ ਨਾਲ ਜੁੜ ਕੇ ਸੁਣਦੇ, ਪੜ੍ਹਦੇ ਔਰ ਹਰ ਵੇਲੇ ਅੰਦਰੋਂ ਹਉਮੈ ਭਾਵ ਤੋਂ ਮਰੇ ਰਹਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।